Good morning students. Today in this video we will discuss about the topic that is the verb. Okay, verb ਜਿਹੜੀ ਹੁੰਦੀ ਹੈ verb ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਕਿਰਿਆ, ਠੀਕ ਹੈ। ਐਂਡ ਯੂ ਕੈਨ ਸੇ ਦੈਟ ਇਹਨੂੰ ਆਪਾਂ ਇੰਗਲਿਸ਼ ਲੈਂਗੁਏਜ ਕਹਿ ਸਕਦੇ ਹਾਂ ਟੈਂਸ ਜਾਂ ਕਹਿ ਸਕਦੇ ਹਾਂ ਐਕਸ਼ਨ, ਠੀਕ ਹੈ। ਵਿਦਆਊਟ ਅ ਵਰਬ ਅ ਸੈਂਟੈਂਸ ਇਜ਼ ਨਾਟ ਕੰਪਲੀਟਿਡ, ਠੀਕ ਹੈ। ਸੈਂਟੈਂਸ ਦੇ ਪੈਟਰਨ ਵਿੱਚ ਹੁੰਦੇ ਆ ਸਬਜੈਕਟ, ठीक है, दैन हुंदा वर्ब, दैन हुंदा ऑब्जैक्ट। एंड वर्ब तो बिना तुहाडा सेंटेंस जिहड़ा वा वो कंप्लीट नहीं हुंदा, वो इनकंप्लीट रहिंदा आ, ठीक है। सो लैट्स स्टार्ट। वर्ब टेल्स अस अबाउट एक्शन, प्रोसैस, ईवेंट और स्टेट। कहंदे जिहड़ी वर्ब हुंदी है सानू एक्शन दे बारे दसदी है, प्रोसैस दे बारे, ईवेंट ते स्टेट दे बारे, वो किद्दां। हेयर आर सम एग्जांपल्स। ही टीचिज अस इकनॉमिक्स। हाँ, टीचिज यानी टीच करना एक काम आ, पढ़ाना एक काम आ, तो इस हिसाब नाल एक ही हो गया एक्शन, ठीक है। वाटर इज़ बॉयलिंग, हुण एक प्रोसैस चलदी पई आ, ठीक है। अपने आप वो चीज़ हो रही है, ठीक है। पानी जिहड़ा उबल रहा है तो उन्होंने आपां की कहांगे एक प्रोसैस आ, ठीक है। जिद्दां मैं कहां सन इज़ राइजिंग, ठीक है, ये भी एक प्रोसैस आ। नैक्सट हैगा देयर वर अ रेलवे एक्सीडेंट यैसटरडे, ठीक है। एक ईवेंट दस रहे आ, एक घटना दस रहे आ, कित्थों पता चल रहा वॉज तो कि जिद्दां देयर आर रेलवे एक्सीडेंट हुंदा सिंपली सानूं सही नहीं, मतलब मीनिंग क्लीयर नहीं सी होना, बट वॉज क्लीयर कर रहा है कि कल एक एक्सीडेंट होया, ठीक है, रेलवे स्टेशन ते या रेलवे एक्सीडेंट होया। ईवेंट ये एक ईवेंट है या घटना आ। शी इज़ वैरी इल, हुण इहदे च कोई एक्शन तो नहीं हो रहा, बट ये इज़ वर्ड जिहड़ा आ इज़ दस रहा है कि शी जिहड़ी आ वो इल आ, ठीक है। स्टेट दसदा पिया, स्टेट का मतलब हुंदा वा कोई सिचुएशन या कोई हालत, ठीक है। शी इज़ वेरी इल। नाउ नैक्सट आर द काइंड्स। स्टूडेंट्स, वर्ब्स मेनली आर फर्दर डिवाइडिड इंटू द टू कैटेगरीज, जिन्हों आपां प्रिंसीपल या मेन वर्ब कह दिंदे आ, ते सैकेंड जिहड़ी हुंदी आ वो हुंदी ऑक्सीलरी या हैल्पिंग वर्ब, ठीक है। जिहड़ी प्रिंसीपल वर्ब हुंदी आ दे आर बेसिकली डिवाइडिड इंटू द फर्दर टू कैटेगरीज, दैट इज़ द ट्रांजिटिव एंड इनट्रांजिटिव वर्ब, ओके। ऑक्सीलरीज ਨੂੰ ਆਪਾਂ ਹੈਲਪਿੰਗ ਵਰਬਸ ਵੀ ਕਹਿ ਦਿੰਦੇ ਆ, ਆਕਸੀਲਰੀਜ਼ ਵੀ ਕਹਿ ਦਿੰਦੇ, ਹੈਲਪਿੰਗ ਵਰਬਸ ਵੀ ਕਹਿ ਦਿੰਦੇ। ਇਹ ਫਰਦਰ ਦੋ ਪਾਰਟਸ ਵਿੱਚ ਡਿਵਾਈਡ ਆ। ਦ ਫਸਟ ਵਨ ਇਜ਼ ਪ੍ਰਾਇਮਰੀ, ਦ ਸੈਕਿੰਡ ਇਜ਼ ਮੋਡਲਸ, ਠੀਕ ਹੈ। ਪ੍ਰਾਇਮਰੀ ਦੇ ਵਿੱਚ ਤਿੰਨ ਆ ਜਾਂਦੇ ਆ, ਬੀ ਦੀਆਂ ਫਾਰਮਸ, ਡੂ ਦੀਆਂ ਫਾਰਮਸ ਤੇ ਹੈਵ ਦੀਆਂ ਫਾਰਮਸ। ਬੀ ਜਿਹੜਾ ਵਾ ਉਹ ਇਜ਼ ਐਮ ਆਰ ਵਿੱਚ ਜਦੋਂ ਆਪਾਂ ਕਨਵਰਟ ਕਰਦੇ ਆ ਤਾਂ ਉਹ ਪ੍ਰੈਜ਼ੈਂਟ ਫਾਰਮਸ ਬਣਾਉਂਦਾ। ਵਾਜ਼ ਵਰ ਦੇ ਵਿੱਚ ਪਾਸਟ ਦੀਆਂ ਫਾਰਮਸ ਹੁੰਦੀਆਂ ਇਹਦੀਆਂ। ਡੂ ਜਿਹੜਾ ਆ, ਡੂ ਦੇ ਵਿੱਚ ਡੂ ਤੇ ਡਜ਼ ਪ੍ਰੈਜ਼ੈਂਟ ਦੀਆਂ ਹੁੰਦੀਆਂ, ਡਿਡ ਜਿਹੜਾ ਉਹ ਪਾਸਟ ਦਾ ਹੁੰਦਾ। ਹੈਵ ਦੀਆਂ ਅਗਰ ਆਪਾਂ ਬਣਾਈਏ, ਹੈਵ ਦੀਆਂ ਹੈਜ਼ ਹੈਵ ਆਰ ਆਫ ਪ੍ਰੈਜ਼ੈਂਟ ਐਂਡ ਹੈਡ ਇਜ਼ ਆਫ ਦਾ ਪਾਸਟ ਟੈਂਸ, ਆਲ ਰਾਈਟ। ਨੈਕਸਟ ਜਿਹੜੇ ਮੋਡਲਸ ਹੁੰਦੇ ਬੱਚੇ, ਮੋਡਲਸ ਜਿਹੜੇ ਆ ਇਹ ਐਕਸਪ੍ਰੈਸ ਕਰਦੇ ਆ ਡਿਫਰੈਂਟ ਆਈਡੀਆਜ਼ ਨੂੰ, ਅਤੇ ਉਹਨਾਂ ਦੇ ਲਈ ਇਹ ਯੂਜ਼ ਹੋ ਜਾਂਦੇ। ਜਿੱਦਾਂ ਹੈਲਪਿੰਗ ਵਰਬਸ ਯੂਜ਼ ਹੁੰਦੀਆਂ ਉੱਦਾਂ ਹੀ ਯੂਜ਼ ਹੁੰਦੇ, ਜਿੱਦਾਂ ਕੈਨ, ਕੁਡ, ਮੇ, ਸ਼ੁੱਡ। ਕੈਨ ਕੁਡ ਐਬਿਲਿਟੀਜ਼ ਨੂੰ ਸ਼ੋ ਕਰਦਾ ਆ, ਕਿਸੇ ਪੋਲਾਈਟ ਰਿਕੁਐਸਟ ਨੂੰ, ਠੀਕ ਹੈ। ਮੇ ਰਿਕੁਐਸਟ ਵਾਸਤੇ ਹੁੰਦਾ, ਸ਼ੁੱਡ ਹੁੰਦਾ ਵਾ ਕਿ ਇੱਦਾਂ ਕਰਨਾ ਚਾਹੀਦਾ, ਉੱਦਾਂ ਕਰਨਾ ਚਾਹੀਦਾ, ਮਤਲਬ ਜਿਹੜੀ ਚੀਜ਼ ਰਾਈਟੀਅਸ ਹੋਵੇ, ਠੀਕ ਹੈ। ਵਿਲ, ਵੁੱਡ, ਮਾਈਟ, ਮਸਟ। ਸਿਮਿਲਰਲੀ ਡਿਫਰੈਂਟ ਸਿਚੁਏਸ਼ਨਸ ਵਿੱਚ ਡਿਫਰੈਂਟ ਆਈਡੀਆਜ਼ ਨੂੰ ਐਕਸਪ੍ਰੈਸ ਕਰਦੇ ਆ, ਓਕੇ। ਸੋ ਨੈਕਸਟ ਵੀ ਆਰ ਗੋਇੰਗ ਟੂ ਡੂ ਦੈਟ ਇਜ਼ ਦ ऑक्सीलरीज एंड हैल्पिंग वर्ब्स, ठीक है। ਇਹ ਕੀ ਹੁੰਦੀਆਂ ਆ, ਇਟ ਹੈਲਪਸ ਮੇਨ ਵਰਬ। ਜਿਹੜੀਆਂ ऑक्सीलरी ਜਾਂ ਹੈਲਪਿੰਗ ਵਰਬਸ ਆ ਉਹ ਜਿਹੜੀ ਮੇਨ ਵਰਬ ਹੁੰਦੀ ਆ, ਮੇਨ ਵਰਬ ਜਿਹਦੇ ਵਰਡ ਤੋਂ ਹੀ ਸਾਨੂੰ ਕਲੀਅਰ ਹੋ ਜਾਂਦਾ ਕਿ ਇਹ ਕੀ ਚੀਜ਼ ਆ। ਜਿੱਦਾਂ ਮੰਨ ਲਓ ਮੈਂ ਕਹਾਂ ਮੇਨ ਵਰਬ ਹੋ ਸਕਦੀ ਆ ਪਲੇ, ਠੀਕ ਹੈ, ਰਾਈਟ ਜਾਂ ਕਹਿ ਲਓ ਸਿੰਗ, ਠੀਕ ਹੈ। ਇਹ ਮੇਨ ਵਰਬਸ ਆ, ਯਾਨੀ ਇਹਨਾਂ ਦੇ ਨਾਮ ਤੋਂ ਜਾਂ ਵਰਡ ਤੋਂ ਹੀ ਕਲੀਅਰ ਆ ਕਿ ਕੀ ਹੋ ਰਿਹਾ, ਖੇਡਿਆ ਜਾ ਰਿਹਾ, ਲਿਖਿਆ ਜਾ ਰਿਹਾ, ਗਾਇਆ ਜਾ ਰਿਹਾ, ਠੀਕ ਹੈ। ਇਹ ਮੇਨ ਵਰਬ ਦੀ ਹੈਲਪ ਕਰਦੀਆਂ ਆ ਔਕਸੀਲਰੀਜ਼, ਠੀਕ ਹੈ। ਅੱਗੇ ਉਹ ਕਹਿ ਰਹੇ ਆ ਆਫ ਟੂ ਟਾਈਪਸ, ਦੋ ਤਰ੍ਹਾਂ ਦੀਆਂ ਹੁੰਦੀਆਂ ਆ, ਇੱਕ ਹੁੰਦੀ ਆ ਪ੍ਰਾਇਮਰੀ, ਇੱਕ ਹੁੰਦੇ ਆ ਮੋਡਲਸ, ਠੀਕ ਹੈ। ਅੱਗੇ ਉਹ ਕਹਿ ਰਹੇ ਆ ਸ਼ੋ ਟੈਂਸ, ਪਰਸਨ ਐਂਡ ਨੰਬਰ। ਕੀ ਸ਼ੋ ਕਰਦੀਆਂ, ਯਾਨੀ ਇਹਨਾਂ ਦੇ ਯੂਜ਼ ਨਾਲ ਸਾਨੂੰ ਪਤਾ ਲੱਗਦਾ ਵਾ ਕਿ ਟੈਂਸ ਕਿਹੜਾ, ਕਿਸ ਸਮੇਂ ਘਟਨਾ ਵਾਪਰੀ, ਠੀਕ ਹੈ। ਪਰਸਨ ਇੱਕ ਸੀ, ਦੋ ਸੀ, ਕੌਣ ਸੀਗਾ, ਠੀਕ ਹੈ। ਫਸਟ ਪਰਸਨ ਸੀ, ਸੈਕਿੰਡ ਪਰਸਨ ਸੀ, ਥਰਡ ਪਰਸਨ ਸੀ। ਦੈਨ ਨੰਬਰ ਦਾ ਪਤਾ ਲੱਗਦਾ ਆ, ਇੱਕ ਜਣਾ ਸੀ ਜਾਂ ਜ਼ਿਆਦਾ ਜਣੇ ਸੀ, ਠੀਕ ਹੈ। ਪ੍ਰਾਇਮਰੀ ਹੈਲਪਿੰਗ ਵਰਬਸ ਹੈਲਪਸ ਇਨ ਫਾਰਮ
ਪ੍ਰਾਇਮਰੀ ਜਿਹੜੀਆਂ ਹੁੰਦੀਆਂ ਆ ਪ੍ਰਾਇਮਰੀ ਵਰਬਸ ਹੈਲਪ ਕਰਦੀਆਂ ਆ ਟੈਂਸ ਫਾਰਮ ਕਰਨ ਦੇ ਵਿੱਚ, ਕੁਐਸਚਨਸ ਫਾਰਮ ਕਰਨ ਦੇ ਵਿੱਚ, ਅਤੇ ਪੈਸਿਵ ਵੋਇਸ ਦੇ ਵਿੱਚ ਇਹਨਾਂ ਦਾ ਯੂਜ਼ ਹੁੰਦਾ ਆ। ਠੀਕ ਹੈ, ਇਜ਼, ਐਮ, ਆਰ, ਵਾਜ਼, ਵਰ, ਡੂ, ਡਜ਼, ਡੂ ਐਂਡ ਹੈਜ਼, ਹੈਵ ਅਤੇ ਹੈਡ। ਠੀਕ ਹੈ, ਅੱਗੇ ਮੋਡਲਸ ਜਿਹੜੇ ਆ ਯੂਜ਼ ਟੂ ਐਕਸਪ੍ਰੈਸ ਆਈਡੀਆਜ਼ ਲਾਈਕ ਐਬਿਲਿਟੀ, ਪਰਮਿਸ਼ਨ, ਆਰਡਰ, ਪੋਸੀਬਿਲਿਟੀ ਐਂਡ ਰਿਕੁਐਸਟ। ਕਈ ਤਰ੍ਹਾਂ ਦੇ ਆਈਡੀਆਜ਼ ਨੂੰ ਐਕਸਪ੍ਰੈਸ ਕਰਦੇ, ਜਿੱਦਾਂ ਕਿਸੇ ਦੀ ਕੋਈ ਸ਼ਮਤਾ ਹੋਵੇ, ਪਰਮਿਸ਼ਨ ਲੈਣੀ ਹੋਵੇ ਕਿਸੇ ਦੀ, ਆਰਡਰ ਹੋਵੇ, ਕੋਈ ਪੋਸੀਬਿਲਿਟੀ ਹੋਵੇ ਕਿ ਆਹ ਹੋ ਸਕਦਾ, ਇਹ ਨਹੀਂ ਹੋ ਸਕਦਾ, ਕੋਈ ਰਿਕੁਐਸਟ ਕਰਨੀ ਹੋਵੇ। ਠੀਕ ਹੈ, ਇਹਨਾਂ ਸਭ ਦੇ ਲਈ ਇਹ ਯੂਜ਼ ਕੀਤੇ ਜਾਂਦੇ ਨੇ। ਨੈਕਸਟ ਅੱਗੇ ਗੱਲ ਕਰ ਰਹੇ ਆ, ਦੇ ਚੇਂਜ ਫਾਰਮ ਅਕੋਰਡਿੰਗ ਟੂ ਟੈਂਸ, ਨੰਬਰ, ਪਰਸਨ ਐਂਡ ਸਬਜੈਕਟ। ਅਤੇ ਜਿਹੜੀਆਂ ਹੁੰਦੀਆਂ ਨਾ ਇਹ ਪ੍ਰਾਇਮਰੀ ਵਰਬਸ, ਇਜ਼, ਐਮ, ਆਰ ਵਗੈਰਾ ਜੋ ਕੁਛ ਵੀ ਕਹਿੰਦੇ ਇਹ ਚੇਂਜ ਕਰਦੀਆਂ ਆ, ਹਰ ਇੱਕ ਦੇ ਵਿੱਚ ਹਰ ਇੱਕ ਚੀਜ਼ ਨਾਲ ਐਡ ਨਹੀਂ ਆਪਾਂ ਕਰ ਸਕਦੇ। ਟੈਂਸ ਵੱਖਰਾ ਹੋਊਗਾ ਤਾਂ ਵੀ ਚੇਂਜ ਹੋ ਜਾਣਗੀਆਂ। ਟੈਂਸ ਅਗਰ ਹੈਗਾ ਪ੍ਰੈਜ਼ੈਂਟ ਅਤੇ ਇਜ਼, ਐਮ, ਆਰ ਯੂਜ਼ ਹੋਏਗੀ, ਅਤੇ ਪਾਸਟ ਆ ਅਤੇ ਵਾਜ਼, ਵਰ। ਨੰਬਰ ਦੇ ਹਿਸਾਬ ਨਾਲ ਇਹ ਯੂਜ਼ ਹੁੰਦੀਆਂ, ਇੱਕ ਜਣਾ ਵਾ ਜਾਂ ਜ਼ਿਆਦਾ ਜਾਣੇ ਉਹਨਾਂ ਦੇ ਹਿਸਾਬ ਨਾਲ ਵਰਤੇ ਜਾਂਦੇ। ਮੰਨ ਲਓ ਹੀ ਆ ਅਤੇ ਉਹਦੇ ਲਈ ਇਜ਼ ਯੂਜ਼ ਹੋਏਗਾ, ਦੇ ਆ ਅਤੇ ਆਰ ਯੂਜ਼ ਹੋਏਗਾ। ਠੀਕ ਹੈ, ਪਰਸਨ ਵੀ ਇਹ 'ਚ ਹੁੰਦਾ ਆ, ਫਸਟ ਪਰਸਨ ਹੁੰਦਾ, ਸੈਕਿੰਡ ਹੁੰਦਾ, ਥਰਡ ਪਰਸਨ ਹੁੰਦਾ। ਜਿੱਦਾਂ ਫਸਟ ਪਰਸਨ ਵਿੱਚ ਆ ਜਾਂਦਾ ਵਾ ਆਈ, ਵੀ। ਠੀਕ ਹੈ, ਇਹਦੇ ਵਿੱਚ ਆ ਜਾਂਦਾ ਆਈ, ਵੀ। ਸੈਕਿੰਡ ਪਰਸਨ 'ਚ ਯੂ ਆ ਜਾਂਦਾ, ਇਹਦੇ ਵਿੱਚ ਦੇ ਆ ਜਾਂਦਾ ਵਾ, ਹੀ, ਸ਼ੀ ਆ ਜਾਂਦਾ। ਠੀਕ ਹੈ, ਇਸ ਹਿਸਾਬ ਨਾਲ। ਅਤੇ ਸਬਜੈਕਟ ਜਿਹੜਾ ਹੁੰਦਾ, ਸਬਜੈਕਟ ਉਹੀ ਚੀਜ਼ ਹੀ, ਸ਼ੀ, ਇਟ, ਕਿਸੇ ਦਾ ਨਾਮ ਐਂਡ ਯੂ, ਦੇ, ਵਰ, ਇੱਦਾਂ ਕਰਕੇ ਉਹ ਜਿਹੜੇ ਸਾਡੇ ਸਬਜੈਕਟ ਦੀ ਕੈਟੇਗਰੀ 'ਚ ਆ ਜਾਂਦੇ। ਨਾਓ 3 ਮੇਨ ਵਰਬਸ ਆ ਪ੍ਰਾਇਮਰੀ ਵਰਬਸ ਦੇ ਵਿੱਚ। ਅਗਰ ਪਿੰਕ ਕਲਰ ਨਾਲ ਜਿਸ ਚੀਜ਼ ਨੂੰ ਡਾਰਕ ਕੀਤਾ ਗਿਆ ਆ ਉਹ ਪ੍ਰੈਜ਼ੈਂਟ ਟੈਂਸ ਨੂੰ ਸ਼ੋ ਕਰਦੀ ਆ, ਜਿਹੜੀ ਸਕਾਈ ਬਲੂ ਕਲਰ ਨਾਲ ਡਾਰਕ ਕੀਤੀ ਆ ਉਹ ਪਾਸਟ ਨੂੰ ਸ਼ੋ ਕਰ ਰਹੀ ਆ। ਦੀਜ਼ ਆਰ ਆਫ ਪ੍ਰੈਜ਼ੈਂਟ, ਦੀਜ਼ ਆਰ ਆਫ ਪਾਸਟ। ਠੀਕ ਹੈ, ਇਹ ਵੀ ਪਾਸਟ ਦੀ ਆ, ਇਹ ਵੀ ਪਾਸਟ ਦੀ ਆ। ਆਹ ਜਿਹੜੀਆਂ ਆ ਇਹ ਪ੍ਰੈਜ਼ੈਂਟ ਦੀਆਂ ਫਾਰਮਸ ਹੁੰਦੀਆਂ। ਇਸ ਦਾ ਯੂਜ਼ ਹੁੰਦਾ ਵਾ ਹੀ, ਸ਼ੀ, ਇਟ ਅਤੇ ਕਿਸੇ ਦੇ ਨਾਮ ਨਾਲ। ਐਮ ਦਾ ਯੂਜ਼ ਹੁੰਦਾ ਆਈ ਦੇ ਨਾਲ ਹਮੇਸ਼ਾ। ਐਮ ਕਿਸੇ ਹੋਰ ਨਾਲ ਯੂਜ਼ ਨਹੀਂ ਹੁੰਦਾ। ਠੀਕ ਹੈ, ਆਰ ਦਾ ਯੂਜ਼ ਹੁੰਦਾ ਵਾ ਯੂ, ਦੇ ਅਤੇ ਵੀ ਦੇ ਨਾਲ। ਅਤੇ ਜਦੋਂ ਪਾਸਟ ਵਿੱਚ ਇਹ ਫਾਰਮਸ ਆ ਜਾਂਦੀਆਂ ਵਾਜ਼, ਵਰ ਬਣ ਜਾਂਦੀਆਂ। ਵਾਜ਼ ਯੂਜ਼ ਹੁੰਦਾ ਆ ਹੀ, ਸ਼ੀ, ਇਟ ਅਤੇ ਕਿਸੇ ਦੇ ਨਾਮ ਨਾਲ, ਅਤੇ ਵਰ ਯੂਜ਼ ਹੁੰਦਾ ਯੂ, ਦੇ ਅਤੇ ਵੀ ਦੇ ਨਾਲ। ਜਦੋਂ ਡੂ ਯੂਜ਼ ਹੁੰਦਾ ਵਾ ਨੈਗੇਟਿਵ ਸੈਂਟੈਂਸਿਸ ਬਣਾਉਣ ਦੇ ਲਈ। ਠੀਕ ਹੈ, ਨੈਗੇਟਿਵ ਸੈਂਟੈਂਸ ਬਣਾਉਣ ਦੇ ਲਈ ਅਤੇ ਜਾਂ ਕੁਐਸਚਨ ਇੰਟੈਰੋਗੇਟਿਵ ਸੈਂਟੈਂਸਿਸ ਬਣਾਉਣ ਲਈ। ਡੂ ਦਾ ਯੂਜ਼ ਹੋਏਗਾ ਆਈ, ਦੇ, ਵੀ, ਯੂ ਦੇ ਨਾਲ। ਡਜ਼ ਦਾ ਯੂਜ਼ ਹੋਏਗਾ ਹੀ, ਸ਼ੀ, ਨੇਮ ਅਤੇ ਕਿਸੇ ਦੇ ਨਾਮ ਨਾਲ ਜਾਂ ਇਟ ਨਾਲ। ਡਿਡ ਯੂਜ਼ ਹੁੰਦਾ ਵਾ ਆਲ ਸਬਜੈਕਟਸ ਦੇ ਨਾਲ, ਜਦੋਂ ਇਹਨੇ ਪਾਸਟ ਦੀ ਗੱਲ ਕਰਨੀ ਆ। ਠੀਕ ਹੈ, ਜਦੋਂ ਪਾਸਟ ਦੀ ਗੱਲ ਕਰਾਂਗੇ ਅਤੇ ਇਹਦਾ ਯੂਜ਼ ਹਰ ਇੱਕ ਸਬਜੈਕਟ ਨਾਲ ਹੋ ਜਾਏਗਾ। ਠੀਕ ਹੈ, ਕਿਉਂਕਿ ਪਾਸਟ ਵਿੱਚ ਸਿਰਫ ਇੱਕ ਡਿਡ ਹੀ ਹੁੰਦਾ ਆ ਨੈਗੇਟਿਵ ਜਾਂ ਕੁਐਸਚਨ ਇੰਟੈਰੋਗੇਟਿਵ ਸੈਂਟੈਂਸ ਬਣਾਉਣ ਵਾਸਤੇ। ਹੈਵ ਜਿਹੜਾ ਵਾ ਨਾ, ਹੈਵ ਪਰਫੈਕਟ ਟੈਂਸਿਸ ਦੇ ਵਿੱਚ ਯੂਜ਼ ਹੁੰਦਾ, ਜਿੰਨੇ ਪਰਫੈਕਟ ਹੁੰਦੇ ਉਹਨਾਂ 'ਚ ਯੂਜ਼ ਹੁੰਦਾ। ਇਹਦੀਆਂ ਫਾਰਮਸ ਵੀ ਉਵੇਂ ਯੂਜ਼ ਹੁੰਦੀਆਂ ਵਾ, ਹੈਵ, ਹੈਜ਼ ਅਤੇ ਹੈਡ। ਹੈਡ ਜਿਹੜਾ ਸਾਰੇ ਸਬਜੈਕਟ ਆ ਨਾ ਪਾਸਟ ਵਿੱਚ ਯੂਜ਼ ਹੁੰਦਾ, ਪਾਸਟ ਪਰਫੈਕਟ ਵਿੱਚ। ਐਂਡ ਇਹ ਵਾਲੇ ਜਿਹੜੇ ਆ ਹੈਵ ਯੂਜ਼ ਹੁੰਦਾ ਆਈ ਹੈਵ, ਦੇ ਹੈਵ, ਵੀ ਹੈਵ, ਯੂ ਹੈਵ। ਹੈਜ਼ ਯੂਜ਼ ਹੁੰਦਾ ਹੀ, ਸ਼ੀ ਨਾਲ, ਇਟ ਅਤੇ ਕਿਸੇ ਦੇ ਨਾਮ ਨਾਲ। ਠੀਕ ਹੈ, ਇਸ ਤਰੀਕੇ ਨਾਲ ਇਹਨਾਂ ਦਾ ਡਿਫਰੈਂਟ ਸਬਜੈਕਟਸ ਦਾ ਡਿਫਰੈਂਟ ਹੈਲਪਿੰਗ ਵਰਬਸ ਦਾ ਯੂਜ਼ ਹੁੰਦਾ ਇੱਕ ਦੂਜੇ ਨਾਲ ਆਪਸ 'ਚ। ਠੀਕ ਹੈ, ਹਰ ਜਿੱਦਾਂ ਹੁਣ ਜੇ ਮੈਂ ਕਹਾਂ ਆਈ ਇਜ਼, ਉਹ ਗਲਤ ਹੋ ਜਾਏਗਾ। ਠੀਕ ਹੈ, ਆਪਾਂ ਆਈ ਐਮ ਹੀ ਕਵਾਂਗੇ। ਜਿਹੜੀ ਚੀਜ਼ ਜਿਹੜੇ ਸਬਜੈਕਟ ਲਈ ਬਣੀ, ਜਿਹੜੀ ਹੈਲਪਿੰਗ ਵਰਬ ਆਪਾਂ ਉਹਨੂੰ ਉੱਥੇ ਹੀ ਲਗਾ ਸਕਾਂਗੇ। ਠੀਕ ਹੈ, ਸੋ ਦਿਸ ਇਜ਼ ਆਲ ਅਬਾਊਟ ਦਾ ਆਕਸੀਲਰੀ ਜਾਂ ਹੈਲਪਿੰਗ ਵਰਬਸ। ਦੇ ਆਰ ਆਫ 2 ਟਾਈਪ, ਪ੍ਰਾਇਮਰੀ ਐਂਡ ਮੋਡਲਸ। ਠੀਕ ਹੈ, ਅਤੇ ਫਰਦਰ ਇਹਨਾਂ ਦੀ ਕਲਾਸੀਫਿਕੇਸ਼ਨ ਆਪਾਂ ਇੱਥੇ ਪੜ੍ਹੀ ਆ ਪ੍ਰਾਇਮਰੀ। ਠੀਕ ਹੈ, ਹੁਣ ਪ੍ਰਾਇਮਰੀ ਨੂੰ ਆਪਾਂ ਫਰਦਰ ਜਾਣ ਲੈਂਦੇ ਹਾਂ ਕਿ ਇਹਨਾਂ ਦਾ ਅੱਗੇ ਯੂਜ਼ ਜਿਹੜਾ ਹੁੰਦਾ ਆ ਕਿੱਥੇ ਕਿੱਥੇ ਹੁੰਦਾ ਆ। ਹੁਣ ਮੰਨ ਲਓ ਕਿ ਜਿਹੜੀ ਆ ਬੀ ਫਾਰਮ ਆ। ਠੀਕ ਹੈ, ਬੀ ਫਾਰਮ ਹੁੰਦੀ ਆ ਇਜ਼, ਐਮ, ਆਰ ਅਤੇ ਵਾਜ਼, ਵਰ। ਫਸਟ ਪੁਆਇੰਟ ਹੈਗਾ ਯੂਜ਼ਡ ਇਨ ਫਾਰਮਿੰਗ ਕੰਟੀਨਿਊਸ ਟੈਂਸਿਸ, ਜਿਨ੍ਹਾਂ ਦੇ ਵਿੱਚ ਆਈ ਐਨ ਜੀ ਲੱਗਦਾ ਨਾ। ਆਈ ਐਨ ਜੀ ਜਿੱਦਾਂ ਮੈਂ ਕਹਾਂ ਇਜ਼ ਪਲੇਇੰਗ, ਆਰ ਵਾਕਿੰਗ, ਵਾਜ਼ ਰਾਈਟਿੰਗ। ਠੀਕ ਹੈ, ਇਹ ਹੁੰਦੇ ਕੰਟੀਨਿਊਸ ਟੈਂਸ ਜਿਨ੍ਹਾਂ ਦਾ ਆਈ ਐਨ ਜੀ ਫਾਰਮ ਆਉਂਦੀ ਆ। ਇਹ ਉਹਨਾਂ 'ਚ ਯੂਜ਼ ਹੁੰਦੀਆਂ ਆ। ਸੈਕਿੰਡ 'ਚ ਕਿਆ ਆ ਯੂਜ਼ਡ ਵਿਦ ਟੂ ਇਨਫਿਨਿਟਿਵ। ਕਹਿੰਦੇ ਹੋਰ ਵਰਬ ਜਿਹੜੀ ਇਹ 'ਚ ਯੂਜ਼ ਹੁੰਦੀਆਂ ਵਾ ਇਨਫਿਨਿਟਿਵ ਮੇਨ ਵਰਬ ਹੁੰਦੀ ਆ, ਨਾਲ ਟੂ ਲੱਗਦਾ ਹੁੰਦਾ। ਠੀਕ ਹੈ, ਜਿੱਦਾਂ ਮੈਂ ਕਹਾਂ ਟੂ ਵਾਕ। ਠੀਕ ਹੈ, ਬੀ ਦੇ ਨਾਲ ਆਪਾਂ ਕਿਹਾ ਨਾ ਕਿ ਇਹ ਯੂਜ਼ ਹੋਊਗੀ। ਅਤੇ ਜਿੱਦਾਂ ਹੁਣ ਮੈਂ ਸੈਂਟੈਂਸ ਬੋਲਾਂ ਵੀ ਆਰ ਟੂ ਵਾਕ। ਠੀਕ ਹੈ,
ਆਰ ਜਿਹੜੀ ਸਾਡੀ ਬੀ ਦੀ ਫਾਰਮ ਹੋ ਗਈ, ਇਹਦਾ ਯੂਜ਼ ਇਹਦੇ ਨਾਲ ਹੋ ਗਿਆ। ਟੂ ਤੇ ਇਹਨੂੰ ਕਹਿੰਦੇ ਇਨਫਿਨਿਟਿਵ, ਠੀਕ ਹੈ, ਵੀ ਆਰ ਟੂ ਵੋਕ, ਸਾਨੂੰ ਚੱਲਣਾ ਪੈਣਾ, ਠੀਕ ਹੈ, ਇਸ ਤਰੀਕੇ ਦੇ ਨਾਲ। ਨੈਕਸਟ ਹੈਗਾ ਡੂ। ਡੂ ਜਿਹੜੀ ਆ ਇਹ ਹੈਗੀ ਆ ਫਰਦਰ, ਇਹਦੀ ਕਲਾਸੀਫਿਕੇਸ਼ਨ ਹੈਗੀ ਡੂ, ਡਜ਼ ਅਤੇ ਡਿਡ ਦੇ ਵਿੱਚ, ਠੀਕ ਹੈ। ਫਸਟ ਪੁਆਇੰਟ ਹੈਗਾ ਆ ਯੂਜ਼ ਟੂ ਫੋਰਮ ਨੈਗੇਟਿਵ ਐਂਡ ਇੰਟੈਰੋਗੇਟਿਵ ਸੈਂਟੈਂਸਿਸ। ਨੈਗੇਟਿਵ ਅਤੇ ਇੰਟੈਰੋਗੇਟਿਵ ਸੈਂਟੈਂਸਿਸ ਦੇ ਵਿੱਚ ਡੂ, ਡਜ਼ ਅਤੇ ਡਿਡ ਦਾ ਯੂਜ਼ ਹੁੰਦਾ ਆ, ਠੀਕ ਹੈ। ਜਿੱਦਾਂ ਮੈਂ ਕਹਾਂ ਡਜ਼ ਹੀ ਗੋ ਦੇਅਰ, ਉਹ ਉੱਥੇ ਕੀ ਗਿਆ ਸੀ, ਠੀਕ ਹੈ, ਉਹ ਮੇਰਾ ਇੰਟੈਰੋਗੇਟਿਵ ਹੋ ਗਿਆ। ਨੈਗੇਟਿਵ ਅਗਰ ਮੈਂ ਬਣਾਉਣਾ ਹੀ ਡਜ਼ ਨਾਟ ਗੋ ਦੇਅਰ, ਕਿ ਉਹ ਉੱਥੇ ਨਹੀਂ ਗਿਆ, ਠੀਕ ਹੈ। ਡਜ਼ ਨਾਟ, ਡਜ਼ ਹੀ, ਠੀਕ ਹੈ। ਇਸ ਹਿਸਾਬ ਨਾਲ ਨੈਗੇਟਿਵ ਅਤੇ ਇੰਟੈਰੋਗੇਟਿਵ ਸੈਂਟੈਂਸਿਸ ਬਣਾਉਂਦੇ ਹਾਂ ਆਪਾਂ ਇਹਨਾਂ ਦੇ ਯੂਜ਼ ਦੇ ਨਾਲ। ਸੈਕਿੰਡ ਹੈਗਾ ਯੂਜ਼ਡ ਇਨ ਕੁਐਸਚਨ ਟੈਗਸ। ਕੁਐਸਚਨ ਟੈਗਸ ਆਹ ਵਾਲੀ ਚੀਜ਼ ਹੁੰਦੀ ਆ, ਜਿੱਦਾਂ ਮੈਂ ਕਹਾਂ ਹੀ ਵਰਕਡ ਹਾਰਡ, ਡਿਡਨਟ ਹੀ। ਕੁਐਸਚਨ ਟੈਗਸ ਦੇ ਵਿੱਚ ਇੱਦਾਂ ਹੁੰਦਾ ਵਾ ਕਿ ਜੇ ਸੈਂਟੈਂਸ ਪੋਜ਼ੀਟਿਵ ਆ ਨਾ ਤਾਂ ਆਹ ਨੈਗੇਟਿਵ ਟੈਗ ਆਉਂਦੀ ਆ, ਠੀਕ ਹੈ। ਵਰਕਡ ਜਿਹੜਾ ਹੈਗਾ ਮੈਨੂੰ ਪਤਾ ਚੱਲ ਗਿਆ ਕਿ ਇਹ ਹੈਗਾ ਵਾ ਪਾਸਟ ਟੈਂਸ, ਅਤੇ ਪਾਸਟ ਨੂੰ ਹਮੇਸ਼ਾ ਆਪਾਂ ਜਦੋਂ ਨੈਗੇਟਿਵ ਬਣਾਉਣਾ ਆ ਅਤੇ ਨਾਲ ਡਿਡ ਲੱਗਦਾ ਆ, ਸਿਰਫ ਡਿਡ ਵਰਡ। ਅਤੇ ਜੇ ਇਹ ਪੋਜ਼ੀਟਿਵ ਸੈਂਟੈਂਸ ਨਾਲ ਨੋਟ ਲਾ ਦੇਣਾ ਅਤੇ ਆਹ ਜਿਹੜਾ ਸਬਜੈਕਟ ਹੁੰਦਾ ਅੱਗੇ ਆਉਂਦਾ, ਇੱਦਾਂ ਇੱਕ ਕੁਐਸਚਨ ਟੈਗ ਜਿਹੜੀ ਫਰੇਮ ਕਰਦੇ ਹਾਂ ਆਪਾਂ, ਹੀ ਵਰਕਡ ਹਾਰਡ, ਡਿਡਨਟ ਹੀ, ਠੀਕ ਹੈ, ਅਤੇ ਨਾਲ ਕੁਐਸਚਨ ਮਾਰਕ। ਅੱਗੇ ਥਰਡ ਹੈਗਾ ਆ ਯੂਜ਼ ਟੂ ਆਨਸਰ ਇਨ ਸ਼ੋਰਟ ਫਾਰਮ। ਜਦੋਂ ਆਪਾਂ ਕਿਸੇ ਦੇ ਕੁਐਸਚਨ ਦਾ ਬਹੁਤ ਹੀ ਸ਼ੋਰਟਲੀ ਆਨਸਰ ਦੇਣਾ ਹੋਵੇ, ਬਹੁਤ ਹੀ ਛੋਟੇ ਆਨਸਰ 'ਚ ਆਨਸਰ ਦੇਣਾ ਹੋਵੇ, ਕਿੱਦਾਂ ਕਵਾਂਗੇ, ਡੂ ਯੂ ਲਾਈਕ ਦਿਸ ਸਿਟੀ। ਅਗਰ ਮੈਂ ਕਿਸੇ ਨੂੰ ਪੁੱਛਾਂ ਕਿ ਕੀ ਤੁਹਾਨੂੰ ਇਹ ਸ਼ਹਿਰ ਪਸੰਦ ਆ, ਉਹ ਮੈਨੂੰ ਆਨਸਰ ਦੇਗਾ ਯੈਸ ਆਈ ਡੂ, ਕਿ ਹਾਂ ਮੈਨੂੰ ਪਸੰਦ ਆ, ਠੀਕ ਹੈ, ਡੂ ਵਰਡ ਆ ਜਾਣਾ ਇੱਥੇ। ਫੋਰਥ ਹੈਗਾ ਫॉर ਪੋਲਾਈਟ ਰਿਕੁਐਸਟ, ਕਿਸੇ ਨੂੰ ਬੇਨਤੀ ਕਰਨ ਦੇ ਲਈ, ਬੇਨਤੀ ਕਰਨ ਦੇ ਲਈ ਵੀ ਉਦੋਂ ਵਰਤਦੇ ਆਪਾਂ, ਠੀਕ ਹੈ। ਜਿੱਦਾਂ ਡੂ ਸਿਟ ਡਾਊਨ, ਮੈਂ ਸਿੰਪਲੀ ਤੁਹਾਨੂੰ ਕਹਾਂ ਸਿਟ ਡਾਊਨ, ਸਿਟ ਡਾਊਨ, ਮੈਂ ਕਹਾਂ ਬੈਠ ਜਾਓ, ਉਹਦਾ ਮਤਲਬ ਹੋਊਗਾ ਬੈਠ ਜਾਓ। ਡੂ ਆਈ ਸਿਟ ਡਾਊਨ, ਤੁਸੀਂ ਬੈਠ ਸਕਦੇ ਹੋ, ਠੀਕ ਹੈ, ਜਾਂ ਤੁਸੀਂ ਬੈਠ ਜਾਓ। ਮਤਲਬ ਇੱਕ ਇਹ ਵਰਡ ਜਿਹੜੇ ਆ ਨਾ, ਇਹ ਦੋ ਇਹ ਐਡ ਕਰਦੇ ਆ ਰਿਕੁਐਸਟ ਨੂੰ, ਠੀਕ ਹੈ। ਅੱਗੇ ਹੈਗਾ ਹੈਵ। ਹੈਵ ਦੀਆਂ ਫਰਦਰ ਹੈਗੀ ਆ ਹੈਵ, ਹੈਜ਼ ਅਤੇ ਹੈਡ। ਇਹਨਾਂ ਤਿੰਨਾਂ ਦਾ ਯੂਜ਼ ਹੁੰਦਾ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ, ਪਰਫੈਕਟ ਟੈਂਸ ਦੇ ਵਿੱਚ, ਠੀਕ ਹੈ। ਇਹਨਾਂ ਨੂੰ ਟੈਗ ਕੁਐਸਚਨਸ ਵਿੱਚ ਕਿੱਦਾਂ ਆਪਾਂ ਟੈਗ ਕਰ ਸਕਦੇ ਹਾਂ, ਹੀ ਹੈਜ਼ ਕਮ, ਉਹ ਆ ਚੁੱਕਾ ਹੈ। ਹੈਜ਼ਨਟ ਹੀ, ਕੀ ਉਹ ਨਹੀਂ ਆਇਆ, ਠੀਕ ਹੈ। ਹੈਜ਼ ਨੋਟ ਹੀ, ਜ਼ੋਰ ਦੇਣ ਦੇ ਲਈ ਕੀ ਨਹੀਂ ਆਇਆ, ਉਹ ਆ ਤੇ ਗਿਆ ਹੈ, ਠੀਕ ਹੈ, ਇਸ ਤਰੀਕੇ ਨਾਲ। ਫਿਰ ਹੈਗਾ ਫॉर ਐਕਸਪ੍ਰੈਸਿੰਗ ਕੰਪਲਸ਼ਨ। ਕੰਪਲਸ਼ਨ ਦਾ ਮਤਲਬ ਹੁੰਦਾ ਆ ਕੋਈ ਚੀਜ਼ ਕੰਪਲਸਰੀ ਹੋਣਾ ਜਾਂ ਜ਼ਰੂਰੀ ਹੋਣਾ, ਠੀਕ ਹੈ। ਜਿੱਦਾਂ ਮੈਂ ਇੱਥੇ ਲਿਖਿਆ ਆ ਹੈਵ। ਨੈਕਸਟ ਫੋਰਥ ਪੁਆਇੰਟ ਹੈਗਾ ਟੂ ਕਨਫਰਮ ਸਟੇਟਮੈਂਟ। ਕੋਈ ਤੁਹਾਨੂੰ ਇਨਫੋਰਮੇਸ਼ਨ ਮਿਲੀ ਆ ਜਾਂ ਕੋਈ ਸਟੇਟਮੈਂਟ ਆ, ਤੁਸੀਂ ਉਹਨੂੰ ਕਨਫਰਮ ਕਰਨਾ ਹੋਵੇ, ਪੱਕਾ ਕਰਨਾ ਹੋਵੇ, ਫਿਰ ਤੁਸੀਂ ਕੀ ਕਰਦੇ ਹੋ, ਅਗਰ ਤੁਸੀਂ ਕਿਸੇ ਨੂੰ ਕੁਐਸਚਨ ਕਰ ਰਹੇ ਹੋ ਹੈਵ ਯੂ ਬੀਨ ਟੂ ਸ਼ਿਮਲਾ, ਕੀ ਤੁਸੀਂ ਸ਼ਿਮਲਾ ਸੀਗੇ ਹੁਣ ਤੱਕ, ਠੀਕ ਹੈ, ਅਤੇ ਉਹਨੇ ਅੱਗੇ ਕਹਿਣਾ ਯੈਸ ਆਈ ਹੈਵ, ਅਤੇ ਉੱਥੇ ਹੈਵ ਜਿਹੜਾ ਵਾ ਯੂਜ਼ ਹੋ ਜਾਣਾ। ਸੋ ਦਿਸ ਇਜ਼ all about your primary form of verbs, that is be, do and have, ਠੀਕ ਹੈ। ਇਹ ਤਿੰਨ ਜਿਹੜੀਆਂ ਸੀਗੀਆਂ ਇਹਨਾਂ ਦਾ ਯੂਜ਼ ਆਪਾਂ ਜਿਹੜਾ ਡਿਸਕਸ ਕਰ ਚੁੱਕੇ ਹਾਂ। ਆਲਰਾਈਟ, ਨੈਕਸਟ ਹੈਗੀ ਆ ਮੇਨ ਵਰਬ। ਬੱਚੇ ਮੇਨ ਵਰਬ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ, ਜਿੱਦਾਂ ਹੋ ਗਿਆ ਪਲੇ, ਰਾਈਟ, ਠੀਕ ਹੈ, ਵੋਕ। ਇੱਕ ਜਿੱਦਾਂ ਜਿਹ 'ਚ ਐਕਸ਼ਨ ਜਿਹ 'ਚ ਇਨਕਲੂਡਡ ਹੁੰਦਾ, ਜਿਹਦੇ ਸਾਨੂੰ ਵਰਡ ਤੋਂ ਹੀ ਪਤਾ ਚੱਲ ਜਾਂਦਾ ਵਾ ਕਿ ਇਹਦੇ ਵਿੱਚ ਕੀ ਗੱਲ ਕੀਤੀ ਗਈ ਹੈ, ਕੀ ਇਹਦਾ ਅਰਥ ਆ। ਇਸ ਐਮ ਆਰ ਦਾ ਕੋਈ ਅਰਥ ਨਹੀਂ ਹੁੰਦਾ, ਪਲੇ ਦਾ ਅਰਥ ਤਾਂ ਹੁੰਦਾ ਹੀ ਆ ਨਾ, ਖੇਡਣਾ, ਰਾਈਟ ਦਾ ਲਿਖਣਾ, ਵੋਕ ਦਾ ਚੱਲਣਾ। ਹੁਣ ਇਹਨਾਂ 'ਚ ਕੀ ਕਹਿ ਰਹੇ ਆ, ਚੇਂਜ ਅਕੋਰਡਿੰਗ ਟੂ ਟੈਂਸ, ਪਰਸਨ ਅਤੇ ਨੰਬਰ। ਸਮੇਂ ਦੇ ਹਿਸਾਬ ਨਾਲ ਇਹ ਫੋਰਮ ਚੇਂਜ ਹੋ ਜਾਂਦੀ ਆ, ਪਰਸਨ ਦੇ ਹਿਸਾਬ ਨਾਲ ਅਤੇ ਨੰਬਰ ਦੇ ਹਿਸਾਬ ਨਾਲ। ਟੈਂਸ ਦੇ ਹਿਸਾਬ ਨਾਲ ਕਿੱਦਾਂ ਹੁੰਦੀ ਆ, ਆਈ ਰਾਈਟ ਆ ਲੈਟਰ, ਆਈ ਰੋਟ ਆ ਲੈਟਰ। ਇਹ ਰਾਈਟ ਤੋਂ ਪਤਾ ਚੱਲਦਾ ਪਿਆ ਪ੍ਰੈਜ਼ੈਂਟ ਦੀ ਗੱਲ ਹੋ ਰਹੀ ਆ, ਇਸ ਰੋਟ ਤੋਂ ਪਤਾ ਚੱਲਦਾ ਪਿਆ ਪਾਸਟ ਦੀ ਗੱਲ ਹੋ ਰਹੀ ਆ, ਠੀਕ ਹੈ। ਦੈਟ ਇਜ਼ ਪ੍ਰੈਜ਼ੈਂਟ, ਦੈਟ ਇਜ਼ ਪਾਸਟ, ਠੀਕ ਹੈ। ਅੱਗੇ ਹੈਗਾ ਆ ਆਈ ਰਾਈਟ ਲੈਟਰ। ਹੁਣ ਪਰਸਨ ਦੀ ਗੱਲ ਆ, ਆਈ ਫਸਟ ਪਰਸਨ ਆ, ਹੀ ਥਰਡ ਪਰਸਨ ਹੁੰਦਾ, ਤੀਸਰਾ ਪਰਸਨ, ਇਹ ਫਸਟ ਪਰਸਨ ਆ। ਪਰਸਨ ਦੇ ਹਿਸਾਬ ਨਾਲ ਚੇਂਜ ਹੋ ਗਈ ਫੋਰਮ, ਜਦੋਂ ਹੀ ਲਗਾਇਆ ਅਤੇ ਰਾਈਟਸ ਬਣ ਗਿਆ, ਯਾਨੀ ਐਸ ਪਿੱਛੇ ਲੱਗ ਗਿਆ। ਨੰਬਰ ਕੀ ਹੁੰਦਾ ਆ, ਕੋਈ ਚੀਜ਼ ਇੱਕ ਆ ਜਾਂ ਜ਼ਿਆਦੀਆਂ ਆ, ਠੀਕ ਹੈ। ਹੀ ਰਾਈਟਸ ਆ ਲੈਟਰ, ਹੀ ਇੱਕ ਵਾ,
ਇੱਕ ਜਣਾ ਹੁੰਦਾ ਆ, ਦੇ ਹੁੰਦੇ ਆ ਜ਼ਿਆਦਾ ਜਾਣੇ, ਦੋਵਾਂ ਦਾ ਮਤਲਬ ਉਹੋ ਹੀ ਹੁੰਦਾ, ਉਹ ਇੱਕ ਉਹ ਜ਼ਿਆਦਾ ਜਾਣੇ, ਠੀਕ ਹੈ। ਹੀ ਦਾ ਰਾਈਟਸ ਹੁੰਦਾ ਵਾ, ਦੇ ਦਾ ਅਗਰ ਮੈਂ ਦੋਵਾਂ ਨੂੰ ਪ੍ਰੈਜ਼ੈਂਟ 'ਚ ਕਰ ਰਹੀ ਹਾਂ, ਪਰ ਜੇ ਹੀ ਆ ਤੇ ਰਾਈਟਸ ਲਿਖੋਗੇ, ਅਗਰ ਦੇ ਆ ਤੇ ਸਿੰਪਲੀ ਰਾਈਟ ਲਿਖੋਗੇ। ਦਿਸ ਇਜ਼ ਦਾ ਰੂਲ, ਠੀਕ ਹੈ। ਨੈਕਸਟ ਆਰ ਦਾ ਕਾਈਂਡਸ, ਯਾਨੀ ਮੇਨ ਵਰਬ ਦੀਆਂ ਕਾਈਂਡਸ। ਪਹਿਲਾਂ ਆਪਾਂ ਪਿੱਛੇ ਜਿਹੜੀਆਂ ਪੜ੍ਹ ਕੇ ਆਏ ਹਾਂ, ਦੈਟ ਇਜ਼ ਆਫ ਦਾ ਪ੍ਰਾਇਮਰੀ ਵਰਬਸ ਐਂਡ ਇਟਸ ਕਾਈਂਡਸ। ਨਾਓ ਇਟ ਇਜ਼ ਮੇਨ ਵਰਬ ਐਂਡ ਇਟਸ ਕਾਈਂਡਸ। They are basically divided into two categories. The first one is transitive and the another is intransitive. Okay, ਇਹਨਾਂ 'ਚ difference ਇਹ ਆ, transitive need objects to complete meaning, ਯਾਨੀ ਟ੍ਰਾਂਜ਼ਿਟਿਵ ਵਰਬ ਨੂੰ ਆਪਣਾ ਸੈਂਟੈਂਸ ਪੂਰਾ ਕੰਪਲੀਟ ਕਰਨ ਦੇ ਲਈ ਜਾਂ ਅਗਲੇ ਨੂੰ ਪੂਰਾ ਅਰਥ ਸਮਝਾਉਣ ਦੇ ਲਈ ਇੱਕ ਆਬਜੈਕਟ ਦੀ ਜ਼ਰੂਰਤ ਹੁੰਦੀ ਆ, ਠੀਕ ਹੈ। ਆਬਜੈਕਟ ਹੁੰਦਾ ਵਾ ਜਿਹੜਾ ਐਕਸ਼ਨ ਨੂੰ ਰਿਸੀਵ ਕਰ ਰਿਹਾ ਹੁੰਦਾ, ਠੀਕ ਹੈ, ਉਹਦੀ ਲੋੜ ਇਹ 'ਚ ਪੈਣੀ ਹੀ ਪੈਣੀ ਆ। ਇਨਟ੍ਰਾਂਜ਼ਿਟਿਵ 'ਚ ਕੀ ਆ, ਦੇयर ਇਜ਼ ਅ नो ਨੀਡ ਆਫ ਆਬਜੈਕਟ ਟੂ ਕੰਪਲੀਟ ਮੀਨਿੰਗ। ਸੈਂਟੈਂਸ ਵਿੱਚ ਆਬਜੈਕਟ ਦੀ ਲੋੜ ਪੈਣੀ ਹੀ ਨਹੀਂ ਆ ਇਨਟ੍ਰਾਂਜ਼ਿਟਿਵ ਵਰਬ ਦੇ ਵਿੱਚ, ਠੀਕ ਹੈ। ਅੱਗੇ ਹੈਗਾ ਆ action pass over to receiver, action does not pass over to any receiver। ਉਹੀ ਗੱਲ ਕਿ ਐਕਸ਼ਨ ਨੂੰ ਰਿਸੀਵ ਕਰਨ ਵਾਲਾ ਹੋਣਾ ਚਾਹੀਦਾ ਆ। ਇਹਦੇ ਵਿੱਚ ਟ੍ਰਾਂਜ਼ਿਟਿਵ ਵਰਬ 'ਚ ਐਕਸ਼ਨ ਦਾ ਰਿਸੀਵਰ ਹੁੰਦਾ ਆ ਅਤੇ ਇਹਦੇ ਵਿੱਚ ਨਹੀਂ ਹੁੰਦਾ, ਠੀਕ ਹੈ। ਮਹੇਸ਼ ਹਿੱਟ ਦਾ ਬੋਲ, ਹਿਟਿੰਗ ਦਾ ਜਿਹੜਾ ਪ੍ਰੋਸੈਸ ਹੈ ਜਾਂ ਐਕਸ਼ਨ ਆ ਉਹ ਰਿਸੀਵ ਕੀਤਾ ਜਾ ਰਿਹਾ ਬੋਲ ਦੇ ਦੁਆਰਾ। ਰਿਤੂ ਲਾਫਡ, ਯਾਨੀ ਰਿਤੂ ਹੱਸੀ, ਐਕਸ਼ਨ ਦਾ ਰਿਸੀਵਰ ਕੋਈ ਨਹੀਂ ਆ, ਸੋ ਇਨ ਦੈਟ ਸੈਂਸ ਇਟ ਇਜ਼ ਅ intransitive verb, this is transitive verb। ਮਹੇਸ਼ ਹਿੱਟ, ਸਿੰਪਲੀ ਬੋਲਿਆ ਹੁੰਦਾ ਕਿ ਮਹੇਸ਼ ਨੇ ਮਾਰਿਆ, ਕਿਹਨੂੰ ਮਾਰਿਆ ਪਤਾ ਨਹੀਂ, ਫਿਰ ਉਹਦੇ ਲਈ ਸਾਨੂੰ ਆਬਜੈਕਟ ਦੀ ਲੋੜ ਪਈ, ਦੈਟ ਇਜ਼ ਦਾ ਬੋਲ, ਠੀਕ ਹੈ। ਇਸ ਹਿਸਾਬ ਨਾਲ ਟ੍ਰਾਂਜ਼ਿਟਿਵ ਅਤੇ ਇਨਟ੍ਰਾਂਜ਼ਿਟਿਵ 'ਚ ਤੁਸੀਂ ਡਿਫਰੈਂਸ਼ੀਏਟ ਕਰ ਸਕਦੇ ਹੋ। ਕੁਝ ਕਹਿੰਦੇ ਵਰਬਸ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਟ੍ਰਾਂਜ਼ਿਟਿਵ ਅਤੇ ਇਨਟ੍ਰਾਂਜ਼ਿਟਿਵ ਦੋਵੇਂ ਹੀ ਹੁੰਦੀਆਂ ਆ। ਫੋਰ ਐਗਜ਼ਾਮਪਲ ਆਰ ਪਲੇਇੰਗ, ਫਲਾਈ। ਹੁਣ ਇਹਦੇ ਵਿੱਚ ਫਲਾਈ ਕਿਤੇ ਵੀ ਕੀਤਾ ਜਾ ਸਕਦਾ ਹੈ, ਠੀਕ ਹੈ। ਰੈਨ, ਸੀ, ਸਟੋਪਡ, ਇਜ਼, ਬੋਇਲਿੰਗ, ਇਹ ਸਾਰੀਆਂ ਇੱਦਾਂ ਦੇ ਕੁਝ ਵਰਡਸ ਹੁੰਦੇ ਆ ਜਿਹੜੇ ਟ੍ਰਾਂਜ਼ਿਟਿਵ ਇਨਟ੍ਰਾਂਜ਼ਿਟਿਵ ਦੋਵੇਂ ਤਰ੍ਹਾਂ ਦੀ ਜਿਹੜੀ ਸਾਊਂਡ ਕਰਦੇ ਨੇ, ਠੀਕ ਹੈ। ਨੈਕਸਟ ਅੱਗੇ ਹੈਗਾ ਆ ਤੁਹਾਡੀ ਐਕਸਰਸਾਈਜ਼ ਦੇ ਵਿੱਚ ਕਿ ਆਬਜੈਕਟਸ ਦੋ ਤਰ੍ਹਾਂ ਦੇ ਹੁੰਦੇ, ਡਾਇਰੈਕਟ ਐਂਡ ਇਨਡਾਇਰੈਕਟ। ਡਾਇਰੈਕਟ ਦੇ ਲਈ ਆਪਾਂ ਡੀ ਓ ਯੂਜ਼ ਕਰ ਸਕਦੇ ਹਾਂ ਐਂਡ ਇਨਡਾਇਰੈਕਟਲੀ ਆਈ ਓ, ਇਨਡਾਇਰੈਕਟ ਆਬਜੈਕਟ। ਕੁਝ ਨਹੀਂ ਇਹਦੇ 'ਚ ਯਾਦ ਕਰਨ ਦੀ ਲੋੜ, ਠੀਕ ਹੈ। ਜਿਹੜਾ ਡਾਇਰੈਕਟ ਹੁੰਦਾ ਵਾ ਉਹ ਥਿੰਗਸ, ਕੋਈ ਵੀ ਚੀਜ਼ ਆ, ਚਾਹੇ ਤੁਸੀਂ ਮੇਨਲੀ ਇਹਨੂੰ ਚੀਜ਼ ਨੂੰ ਇਹੀ ਚੀਜ਼ ਕੰਸੀਡਰ ਕਰਨੀ ਜਿਹੜੀਆਂ ਨਾਨ ਲਿਵਿੰਗ ਥਿੰਗਸ ਹੁੰਦੀਆਂ। ਇਹ ਉਹ ਵਾਲੀਆਂ ਚੀਜ਼ਾਂ ਦੇ ਲਈ ਯੂਜ਼ ਕੀਤਾ ਜਾਂਦਾ ਜਿੱਥੇ ਨਾਨ ਲਿਵਿੰਗ ਚੀਜ਼ ਆ ਗਈ ਵਰਬ ਤੋਂ ਬਾਅਦ 'ਚ ਉਹ ਤੁਹਾਡਾ ਡਾਇਰੈਕਟ ਆਬਜੈਕਟ ਆ, ਅਤੇ ਜਿੱਥੇ ਤੁਹਾਡਾ ਕੋਈ ਪਰਸਨ ਆ ਗਿਆ ਵਰਬ ਤੋਂ ਬਾਅਦ 'ਚ ਉਹ ਤੁਹਾਡਾ ਇਨਡਾਇਰੈਕਟ ਆਬਜੈਕਟ ਆ, ਠੀਕ ਹੈ। ਹੁਣ ਵਰਬ ਤੋਂ ਬਾਅਦ ਵਿੱਚ ਆ ਚੀਜ਼ ਆ ਰਹੀ ਆ, ਇਹ ਸਾਰਾ ਆਬਜੈਕਟ ਦਾ ਪਾਰਟ ਆ। ਹੁਣ ਮੀ ਕੋਈ ਇਨਸਾਨ ਹੀ ਹੋ ਸਕਦਾ ਆ, ਕੋਈ ਪਰਸਨ ਹੀ ਹੋ ਸਕਦਾ ਆ। ਮੀ ਦਾ ਮਤਲਬ ਮੈਂ, ਠੀਕ ਹੈ, ਜਾਂ ਮੈਨੂੰ। ਇਹ ਹੋ ਗਿਆ ਤੁਹਾਡਾ ਇਨਡਾਇਰੈਕਟ ਪਰਸਨ ਹੁੰਦਾ, ਇਨਡਾਇਰੈਕਟ ਆਬਜੈਕਟ ਬਣ ਗਿਆ। ਹੁਣ ਡਾਇਰੈਕਟ ਨਾਨ ਲਿਵਿੰਗ ਚੀਜ਼ਾਂ ਹੁੰਦੀਆਂ, ਬੁੱਕ ਨਾਨ ਲਿਵਿੰਗ ਚੀਜ਼ ਆ, ਅਤੇ ਤੁਹਾਡਾ ਬਣ ਗਿਆ ਡਾਇਰੈਕਟ ਆਬਜੈਕਟ। ਕਲੀਅਰ? ਇਸ ਤਰੀਕੇ ਨਾਲ ਤੁਸੀਂ ਡਿਫਰੈਂਸ਼ੀਏਟ ਕਰ ਸਕਦੇ ਹੋ ਬਿਟਵੀਨ ਡਾਇਰੈਕਟ ਐਂਡ ਇਨਡਾਇਰੈਕਟ ਆਬਜੈਕਟ। Okay, the next thing that is further in your chapter, that is the conjugation of verbs। conjugation ਦਾ ਮਤਲਬ ਹੁੰਦਾ having different forms of the verb to show different tenses। ਮਤਲਬ ਕਿ ਵੱਖੋ ਵੱਖਰੇ ਟੈਂਸਿਸ ਨੂੰ ਦਿਖਾਉਣ ਵਾਸਤੇ ਜਾਂ ਸ਼ੋ ਕਰਨ ਵਾਸਤੇ ਜਾਂ ਐਕਸਪ੍ਰੈਸ ਕਰਨ ਵਾਸਤੇ ਜਿਹੜੀਆਂ ਵੱਖੋ ਵੱਖਰੀਆਂ ਫੋਰਮਸ ਹੁੰਦੀਆਂ ਵਰਬਸ ਦੀਆਂ, ਉਹਨਾਂ ਨੂੰ ਆਪਾਂ ਕੰਜੂਗੇਸ਼ਨ ਆਫ ਵਰਬਸ ਕਹਿ ਦਿੰਦੇ। ਫੋਰ ਐਗਜ਼ਾਮਪਲ ਜਿੱਦਾਂ ਇੱਥੇ ਕਿਹਾ ਗਿਆ ਆ ਵਰਕ ਤੋਂ ਬਣ ਗਿਆ ਵਰਕਡ, ਡੀਲ ਦਾ ਡੀਲ 'ਚ ਬਣ ਗਿਆ, ਠੀਕ ਹੈ। ਬਿਗਨ ਦਾ ਬਣ ਗਿਆ ਬਿਗੈਨ, ਅਤੇ ਫਰਦਰ ਤੀਸਰੀ ਫਾਰਮ 'ਚ ਬਿਗਨ, ਠੀਕ ਹੈ। ਇਸ ਤਰੀਕੇ ਦੇ ਨਾਲ ਹੁੰਦੀਆਂ ਆ। ਸਟਰੋਂਗ ਅਤੇ ਇਰੈਗੂਲਰ ਵਰਬਸ, ਫਸਟ ਹੈਗਾ ਆ ਵੀਕ ਵਰਬਸ। ਕੀ ਹੁੰਦੀਆਂ ਬੱਚੇ? ਵੀਕ ਵਰਬਸ ਉਹੀ ਹੁੰਦੀਆਂ ਜਿਨ੍ਹਾਂ 'ਚ ਜ਼ਿਆਦਾ ਫਰਕ ਨਹੀਂ ਪੈਂਦਾ ਸੈਕਿੰਡ ਫਾਰਮ ਅਤੇ ਥਰਡ ਫਾਰਮ ਬਣਾਉਣ ਲੱਗਿਆ, ਉਹਨਾਂ ਦੇ ਪਿੱਛੇ ਸਿੰਪਲੀ ਡੀ, ਈ ਡੀ ਜਾਂ ਟੀ ਲੱਗ ਜਾਂਦਾ ਆ, ਜਿੱਦਾਂ ਇੱਥੇ ਲੱਗਾ ਹੋਇਆ। ਜਿਹੜੀਆਂ ਸਟਰੋਂਗ ਅਤੇ ਇਰੈਗੂਲਰ ਵਰਬਸ ਜਿਹੜੀਆਂ ਹੁੰਦੀਆਂ ਆ, ਉਹਨਾਂ ਦੇ ਵਿੱਚ ਹੁੰਦਾ ਆ ਫਾਰਮ ਦੇਅਰ ਪਾਸਟ ਟੈਂਸ ਬਾਈ ਚੇਂਜਿੰਗ ਦਾ ਇੰਟਰਵਲ ਵੋਵਲ ਵਿਦਾਊਟ ਐਡਿੰਗ ਡੀ, ਈ ਡੀ ਜਾਂ ਟੀ। ਅਤੇ ਇਹਨਾਂ ਦੇ ਵਿੱਚ ਸਟਰੋਂਗ ਜਾਂ ਇਰੈਗੂਲਰ ਵਰਬਸ ਦੇ ਵਿੱਚ ਜਿਹੜਾ ਹੁੰਦਾ ਨਾ ਵਰਡ, ਉਹਦੇ ਵਿੱਚ ਵੋਵਲਸ ਚੇਂਜ ਹੁੰਦੇ ਆ, ਜਿੱਦਾਂ ਬਿਗਨ, ਬਿਗੈਨ, ਬਿਗਨ, ਗਿਵ, ਗੇਵ, ਗਿਵਨ।
ਕੁਛ ਨਾ ਕੁਛ ਮਾੜੀ ਮੋਟੀ ਵੇਰੀਏਸ਼ਨ ਆਉਂਦੀ ਹੈ, ਬਟ ਇਹਨਾਂ ਦੇ ਵਿੱਚ ਤਾਂ ਸਿੰਪਲੀ ਆਪਾਂ ਈ ਡੀ ਡੀ ਜਾਂ ਟੀ ਲਾ ਦਿੰਦੇ। ਇਹ ਸਟਰੋਂਗ ਵਰਬਸ ਇਸ ਕਰਕੇ ਹੁੰਦੇ ਕਿਉਂਕਿ ਇਹਨਾਂ 'ਚ ਡਿਫਰੈਂਸ ਜ਼ਿਆਦਾ ਆਉਂਦਾ ਅੱਗੇ ਅੱਗੇ ਜਾ ਕੇ। ਸੈਕਿੰਡ ਫਾਰਮ ਡਿਫਰੈਂਟ ਹੁੰਦੀ, ਥਰਡ ਫਾਰਮ ਡਿਫਰੈਂਟ ਹੁੰਦੀ ਫਸਟ ਨਾਲੋਂ, ਠੀਕ ਹੈ। ਹੁਣ ਇਹ ਦੇਖੋ, ਇਹਦੇ ਵਿੱਚ ਕੰਜੂਗੇਸ਼ਨ ਆਫ ਸਟਰੋਂਗ ਵਰਬਸ ਦੀ ਦਿੱਤੀ ਗਈ ਆ, ਅਰਾਈਜ਼, ਅਰੋਜ਼, ਅਰਾਈਜ਼ਨ, ਠੀਕ ਹੈ। ਡਿਫਰੈਂਟ ਹੁਣ ਜਿੱਦਾਂ ਆਹ ਵਰਡ ਆ ਨਾ, ਚੂਜ਼, ਚੋਜ਼, ਚੂਜ਼ਨ, ਠੀਕ ਹੈ। ਬਹੁਤ ਡਿਫਰੈਂਸ ਆ ਜਾਂਦਾ ਇਹਨਾਂ ਦੇ ਵਿੱਚ, ਠੀਕ ਹੈ। ਹੁਣ ਜਿੱਦਾਂ ਆਹ ਹੈਗਾ ਆ ਫਾਈਟ, ਫੌਟ, ਫੌਟ, then freeze, froze, frozen. There is a huge difference between matlab second form and third form from the first form of verb, all right। ਇਸ ਤਰੀਕੇ ਦੇ ਨਾਲ ਇਹ ਜਿੰਨੀਆਂ ਵੀ conjugation of verbs ਜਾਂ forms of verbs ਹੈਗੀਆਂ, ਇਹ ਤੁਹਾਨੂੰ learn ਕਰਨੀਆਂ ਪੈਣੀਆਂ ਹੈ, because it is very needed for learning tenses and voice, all right, up to your +2 class, ठीक है। एंड मैं ਤੁਹਾਨੂੰ ਇਹੀ ਕਹੂੰਗੀ ਕਿ ਦਿਸ ਇਜ਼ ਦ ਮੋਸਟ ਇੰਪੋਰਟੈਂਟ ਟੌਪਿਕ, ਕਿ ਤੁਹਾਨੂੰ ਫਾਰਮਸ ਆਫ ਵਰਬ ਜ਼ਰੂਰ ਆਉਣੀਆਂ ਚਾਹੀਦੀਆਂ ਆ ਬਿਫੋਰ ਡੂਇੰਗ ਐਨੀਥਿੰਗ, ਓਕੇ।